ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕੌਤਕ ਨਮਿਤ ਕਹੂੰ ਜਨ ਜਿਨ ਮੋਲ ਲੀਨੋ, ਗੁਣਾ ਗੌਣ ਚੀਨੋ ਖੇਦ ਬੋਧ ਭਇਓ ਜੀਨੋ ਹੈ। ਕਹੇ ਕਾਮ ਔਖੋ ਚਟ ਕਰ ਹਟ ਦੇਤ ਭੁਖੋ, ਭਇਓ ਧੋਖੋ ਭਾਰੀ ਮਨ ਸੁਤਾ ਮੰਤਰ ਲੀਨੋ ਹੈ। ਕਬਿਤ ਕੌਤਕ ਨਮਿਤ ਕਹੂੰ ਜਨ ਜਿਨ ਮੋਲ ਲੀਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਧਿਆਏ 15ਵੇਂ ਦੇ 16 ਛੰਦ ਪੜ੍ਹ ਚੁੱਕੇ ਸਾਂ। ਅੱਜ 17ਵਾਂ ਛੰਦ ਕਬਿਤ ਛੰਦ ਦੀ ਵਿਚਾਰ ਕਰਾਂਗੇ। ਪਿਛਲੀਆਂ ਰਲਿਆਂ ਮਿਲਿਆਂ ਛੰਦਾਂ ਦੇ ਵਿੱਚ ਵੱਖੋ ਵੱਖਰੀ ਸਿੱਖਿਆ ਦੇ ਕੇ ਨਿਹਾਲ ਕੀਤਾ ਹੈ। ਪਰ ਇਸਤਰੀ ਦੇ ਸੰਗ ਦਾ, ਵੇਸਵਾ ਦੇ ਸੰਗ ਦਾ ਨੁਕਸਾਨ ਦੱਸਿਆ ਸੀ। ਅਗਲਾ ਕਬਿਤ ਛੰਦ ਉਚਾਰ ਕੇ ਮਨ ਨੂੰ ਵਸ ਕਰਨ ਲਈ ਇੱਕ ਕਹਾਣੀ ਦਾ ਸੌਖਾ ਜਿਹਾ ਦ੍ਰਿਸ਼ਟਾਂਤ ਦੇਣ ਲੱਗੇ ਹੈ। ਸੋ ਉਹ ਕਹਾਣੀ ਜਿਹੜੀ ਆ ਇਸ ਤਰ੍ਹਾਂ ਦੱਸੀ ਜਾਂਦੀ ਆ ਵਿਦਿਆਰਥੀ ਜਨਾਂ ਨੂੰ ਕਿ ਕਿਉਂਕਿ ਉਹ ਆਪਾਂ ਪਹਿਲਾਂ ਕਹਾਣੀ ਪੜ੍ਹ ਲਈਏ ਤਾਂ ਇਹ ਕਬਿਤ ਜਿਹੜਾ ਸਮਝਣਾ ਸੌਖਾ ਹੋ ਜਾਊਗਾ। ਕਿ ਇੱਕ ਸ਼ਾਹੂਕਾਰ ਜਿਹੜਾ ਬਾਜ਼ਾਰ ਵਿੱਚ ਜਾ ਰਿਹਾ ਸੀ ਤੇ ਰਸਤੇ ਵਿੱਚ ਕੋਈ ਜਿੰਨ ਜਿਹੜਾ ਵੇਚ ਰਿਹਾ ਸੀ, ਭੂਤ, ਉਸ ਪਾਸੋਂ ਜਿੰਨ ਦੇ ਕੰਮਾਂ ਦੀਆਂ ਤਾਰੀਫਾਂ ਸੁਣੀਆਂ ਨੇ ਸ਼ਾਹੂਕਾਰ ਨੇ, ਤੇ ਤਾਰੀਫਾਂ ਸੁਣ ਕੇ ਦਿਲ ਵਿੱਚ ਬੜਾ ਖੁਸ਼ ਹੋਇਆ। ਤੇ ਜਿੰਨ ਵੇਚਣ ਵਾਲੇ ਨੇ ਜਿੰਨ ਦੇ ਚੰਗੇ ਮਾੜੇ ਗੁਣ ਵੀ ਦੱਸ ਦਿੱਤੇ। ਚੰਗੇ ਗੁਣ ਸੁਣ ਕੇ ਤਾਂ ਖੁਸ਼ ਹੋਇਆ ਤੇ ਮਾੜੇ ਸੁਣ ਕੇ ਦੁਖੀ ਵੀ ਹੋਇਆ। ਇਹ ਵੀ ਦੱਸਿਆ ਕਿ ਜਿਸ ਵਕਤ ਇਸ ਨੂੰ ਜਿੰਨ ਨੂੰ ਕੋਈ ਕੰਮ ਨਾ ਮਿਲਿਆ ਤਾਂ ਇਨਸਾਨ ਨੂੰ ਖਤਮ ਵੀ ਕਰ ਸਕਦਾ ਹੈ। ਕੰਮ ਦੇ ਲਾਲਚ ਵਿੱਚ ਆਏ ਸ਼ਾਹੂਕਾਰ ਨੇ ਜਿੰਨ ਜਿਹੜਾ ਮੁੱਲ ਲੈਣ ਦਾ ਮਨ ਬਣਾ ਲਿਆ ਤੇ ਸ਼ਾਹੂਕਾਰ ਉਹ ਜਿੰਨ ਮੁੱਲ ਲੈ ਕੇ ਘਰ ਆ ਗਿਆ। ਜਿੰਨ ਨੇ ਮਾਲਕ ਤੋਂ ਕੰਮ ਪੁੱਛਿਆ। ਸ਼ਾਹੂਕਾਰ ਨੇ ਬੜੇ ਮਾਣ ਨਾਲ ਜਿਹੜਾ ਦੂਰ ਦਾ ਕੰਮ ਦੱਸਤਾ ਵੀ ਚਲੋ ਦੂਰ ਜਾਊਗਾ, ਆਪੇ ਆਰੇ ਲੱਗਾ ਰਹੂਗਾ। ਜਿੰਨਾ ਦੂਰ ਜਾਊਗਾ ਚਲੋ ਉਹਨਾਂ ਟਾਈਮ ਬਾਅਦ ਲੱਗੂ, ਇਹਨੂੰ ਤੇ ਕੰਮ 'ਚ ਵੀ ਲੱਗਾ ਰਹੇਗਾ। ਜਿੰਨ ਜਿਹੜਾ ਪਰ ਜੇਨੀ ਸੀ ਉਹ ਬੜੀ ਫੁਰਤੀ ਨਾਲ ਉਹ ਕੰਮ ਕਰਕੇ ਵਾਪਸ ਆ ਗਿਆ। ਆਉਂਦੇ ਜਿੰਨ ਨੂੰ ਦੇਖ ਕੇ ਸ਼ਾਹੂਕਾਰ ਨੇ ਨਵਾਂ ਕੰਮ ਦੱਸ ਦਿੱਤਾ। ਉਹ ਕੰਮ ਵੀ ਜਿੰਨ ਕੁਝ ਮਿੰਟਾਂ ਵਿੱਚ ਹੀ ਖਤਮ ਕਰਕੇ ਆ ਗਿਆ ਤੇ ਪੁੱਛਿਆ ਵੀ ਨਵਾਂ ਕੰਮ ਦੱਸੋ, ਹੋਰ ਕੀ ਆ। ਇੰਝ ਸ਼ਾਹੂਕਾਰ ਨਿੱਤ ਨਵੇਂ ਕੰਮ ਦੱਸਦਾ ਤੇ ਉਹ ਜਿੰਨ ਮਿੰਟਾਂ ਸਕਿੰਟਾਂ ਵਿੱਚ ਹੀ ਘਰ ਆਉਂਦਾ, ਵਿਹਲਾ ਨਹੀਂ ਸੀ ਪੈਂਦਾ। ਅਖੀਰ ਕੰਮ ਹੁਣ ਘਟਣੇ ਸੀ ਤੇ ਕੰਮ ਖਤਮ ਹੋਣੇ ਸ਼ੁਰੂ ਹੋ ਗਏ। ਸ਼ਾਹੂਕਾਰ ਨੂੰ ਕੰਮਾਂ ਦੀ ਘਾਟ ਕਾਰਨ ਅੰਦਰੋਂ ਅੰਦਰ ਚਿੰਤਾ ਲੱਗ ਗਈ। ਚਿਹਰੇ ਦੀ ਰੰਗਤ ਵੀ ਜਿਹੜੀ ਫਿੱਕੀ ਜਿਹੀ ਪੈ ਗਈ, ਮੂੰਹ ਮੁਰਝਾ ਗਿਆ। ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ ਵੀ ਹੁਣ ਕੀ ਬਣੂ, ਲੱਗਦਾ ਮੇਰੀ ਮੌਤ ਆ। ਸ਼ਾਹੂਕਾਰ ਦੀ ਲੜਕੀ ਆਪਣੇ ਪਿਓ ਦੀ ਇਹੋ ਜਿਹੀ ਹਾਲਤ ਦੇਖ ਕੇ ਆਪਣੇ ਪਿਓ ਨੂੰ ਪੁੱਛਦੀ ਹੈ, ਪਿਤਾ ਜੀ ਦਿਨ ਬੇ ਦਿਨ ਤੁਹਾਡੀ ਹਾਲਤ ਵਿਗੜਦੀ ਜਾਂਦੀ, ਕਾਰਨ ਕੀ ਹੈ। ਸ਼ਾਹੂਕਾਰ ਕਹਿਣ ਲੱਗਾ ਨਹੀਂ ਮੇਰੀ ਲਾਡਲੀ, ਵੈਸੇ ਕੋਈ ਖਾਸ ਗੱਲ ਨਹੀਂ ਹੈ। ਹਾਂ ਜੀ। ਉਹ ਲੜਕੀ ਕਹਿਣ ਲੱਗੀ ਨਹੀਂ ਪਿਤਾ ਜੀ, ਜ਼ਰੂਰ ਕੋਈ ਜਿਹੀ ਗੱਲ ਹੈ ਜੋ ਤੁਸੀਂ ਮੈਥੋਂ ਲੁਕਾਉਂਦੇ ਹੋ। ਲੜਕੀ ਨੇ ਗੱਲ ਕਹੀ, ਚੰਗਾ ਪੁੱਤ ਸੁਣ, ਮੈਂ ਤੈਨੂੰ ਦੱਸਦਾ। ਸ਼ਾਹੂਕਾਰ ਜਿਹੜਾ ਸਾਰੀ ਕਹਾਣੀ ਦੱਸਣ ਲੱਗਾ ਕਿ ਮੈਂ ਆਪਣੇ ਵਪਾਰ ਵਿੱਚ ਤਰੱਕੀ ਕਰਨ ਵਾਸਤੇ ਬਾਜ਼ਾਰ ਵਿੱਚੋਂ ਇੱਕ ਮੁੱਲ ਵੇਖਦਾ ਜਿੰਨ ਪੁੱਤ ਲਿਆਂਦਾ ਸੀ, ਇਹ ਸੋਚ ਕੇ ਕਿ ਮੇਰਾ ਕੰਮ ਜ਼ਿਆਦਾ ਹੈ ਤੇ ਮੇਰੇ ਨਾਲ ਹੱਥ ਵਟਾਏਗਾ। ਫਿਰ ਪਿਤਾ ਜੀ ਹੋਇਆ ਕੀ ਆ। ਲੜਕੀ ਕਹਿਣ ਲੱਗੀ ਤੁਸੀਂ ਕੋਈ ਮਾੜਾ ਕੰਮ ਤੇ ਨਹੀਂ ਕੀਤਾ। ਅੱਗੋਂ ਬਾਪ ਕਹਿਣ ਲੱਗਾ ਠੀਕ ਹੈ ਮੇਰੀ ਧੀਏ, ਮੈਂ ਨਫੇ ਵਾਸਤੇ ਕੀਤਾ ਸੀ, ਮਗਰ ਹੁਣ ਮੈਨੂੰ ਕੁਝ ਨੁਕਸਾਨ ਹੁੰਦਾ ਜਾਪਦਾ। ਲੜਕੀ ਕਹਿਣ ਲੱਗੀ ਪਿਤਾ ਜੀ ਉਹ ਕੀ ਨੁਕਸਾਨ ਹੋਣ ਡਿਆ, ਤੁਹਾਡਾ ਕੰਮ ਨਹੀਂ ਕੀ ਹੋ ਰਿਹਾ।
ਅੱਗੋਂ ਬਾਪ ਕਹਿਣ ਲੱਗਾ, ਮੇਰੀ ਲਾਡਲੀ ਧੀਏ, ਹੁਣ ਮੈਨੂੰ ਮੇਰੀ ਮੌਤ ਨੇੜੇ ਦਿਸਦੀ ਹੈ, ਕਿਉਂਕਿ ਇਕਰਾਰ ਮੁਤਾਬਕ ਜਦੋਂ ਕੋਈ ਕੰਮ ਨਾ ਮਿਲਿਆ ਤਾਂ ਉਹ ਜਿੰਨ ਮੈਨੂੰ ਮਾਰ ਦੇਵੇਗਾ, ਕਿਉਂਕਿ ਵਿਹਲਾ ਨਹੀਂ ਬਹਿੰਦਾ। ਲੜਕੀ ਕਹਿਣ ਲੱਗੀ, ਪਿਤਾ ਜੀ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ, ਕੰਮ ਇੰਨਾ ਹੈ ਕਿ ਮੁੱਕਣ ਦਾ ਨਾਂ ਹੀ ਨਹੀਂ ਲਵੇਗਾ ਅਤੇ ਜਿੰਨ ਤੋਂ ਤੁਹਾਡੀ ਜਾਨ ਹੀ ਬਚ ਜਾਵੇਗੀ। ਇਹ ਸਲਾਹ ਦਿੱਤੀ ਅਤੇ ਬਾਪ ਕਹਿਣ ਲੱਗਾ, ਪੁੱਤ ਛੇਤੀ ਦੱਸ ਉਹ ਕਿਹੜਾ ਕੰਮ ਹੈ, ਮੇਰੀ ਤਾਂ ਜਾਨ ਵਿੱਚ ਜਾਨ ਆ ਗਈ ਹੈ, ਛੇਤੀ ਦੱਸ, ਕਿਉਂਕਿ ਮੈਂ ਬਚ ਜਾਊਂਗਾ, ਹੋਰ ਕੀ ਚਾਹੀਦਾ, ਜਾਨ ਬਚੀ ਤਾਂ ਲੱਖੋਂ ਪਾਈ। ਪਿਤਾ ਜੀ, ਲੜਕੀ ਕਹਿਣ ਲੱਗੀ, ਪਿਤਾ ਜੀ ਤੁਸੀਂ ਆਪਣੇ ਵਿਹੜੇ ਵਿੱਚ ਇੱਕ ਵੰਝ ਜਿਹੜਾ ਨਾ ਬਾਂਸ ਉਹ ਗੱਡ ਦਿਓ, ਜਿਸ ਵੇਲੇ ਕੋਈ ਕੰਮ ਨਾ ਹੋਵੇ, ਜਿੰਨ ਕੰਮ ਪੁੱਛੇ ਤੁਸੀਂ ਕਹਿਣਾ, ਲੈ ਬਈ ਇਸ ਵੇਲੇ ਤੂੰ ਇਸ ਉੱਤੇ ਚੜ੍ਹੀ ਜਾ ਅਤੇ ਉਤਰੀ ਜਾ, ਕੋਈ ਕੰਮ ਹੀ ਦੱਸਣਾ ਨਾ, ਜੇ ਇਹਨਾਂ ਨੂੰ ਕੰਮ ਮਿਲ ਜਾਏਗਾ ਤਾਂ ਤੁਹਾਡੀ ਜਾਨ ਦਾ ਖਤਰਾ ਟਲ ਜਾਏਗਾ, ਕੰਮ ਹੀ ਲੱਗਾ ਰਹੇਗਾ। ਸ਼ਾਹੂਕਾਰ ਨੂੰ ਆਪਣੀ ਧੀ ਦੀ ਕਈ ਗੱਲ ਬੜੀ ਚੰਗੀ ਲੱਗੀ। ਉਸਨੇ ਧੀ ਦੇ ਦਿੱਤੇ ਜਿਹੜੇ ਸਲਾਹ ਮਸ਼ਵਰੇ ਅਨੁਸਾਰ ਵਿਹੜੇ ਵਿੱਚ ਇੱਕ ਲੰਬਾ ਸਾਰਾ ਜਿਹੜਾ ਨਾ ਉੱਚਾ ਸਾਰਾ ਉਹ ਬਾਂਸ ਕੱਢ ਦਿੱਤਾ ਅਤੇ ਜਿੰਨ ਆਇਆ। ਉਸਨੇ ਕਿਹਾ ਵੀ ਮਾਲਕ ਕੰਮ ਕਰ ਦਿੱਤਾ ਮੈਂ ਸਾਰੇ, ਮੈਨੂੰ ਕੋਈ ਕੰਮ ਦੱਸੋ। ਸ਼ਾਹੂਕਾਰ ਨੇ ਕਿਹਾ ਵੀ ਜਿੰਨ ਆਹ ਬਾਂਸ ਜਿਹੜਾ ਗੱਡਿਆ ਸਾਹਮਣੇ ਵਿਹੜੇ 'ਚ ਇਹ 'ਤੇ ਚੜ੍ਹੀ ਜਾ ਉਤਰੀ ਜਾ, ਇਹ ਤੇਰਾ ਕੰਮ ਹੈ। ਜਿੰਨ ਨੇ ਕੰਮ ਸਮਝ ਕੇ ਸ਼ੁਰੂ ਕਰ ਦਿੱਤਾ। ਕੁਝ ਸਮੇਂ ਤੋਂ ਬਾਅਦ ਜਦੋਂ ਜਿੰਨ ਚੜ੍ਹੇ ਅਤੇ ਉਤਰੇ ਅਤੇ ਥੱਕ ਟੁੱਟ ਗਿਆ ਬੜਾ, ਜਿਸ ਕਰਕੇ ਉਹ ਜਿੰਨ ਆ ਵੀ ਹੱਥ ਜੋੜ ਕੇ ਕਹਿਣ ਲੱਗਾ, ਸ਼ਾਹੂਕਾਰ ਜੀ ਮੈਨੂੰ ਤੁਹਾਡਾ ਸੌਦਾ ਮਨਜ਼ੂਰ ਨਹੀਂ ਹੈ, ਮੈਂ ਜਾ ਰਿਹਾ ਅਤੇ ਕभी ਇਹ ਚੜ੍ਹਨਾ ਉਤਰਨਾ ਅਤੇ ਕੰਮ ਮੁੱਕਣਾ ਹੀ ਨਹੀਂ ਹੈ, ਅਤੇ ਮੇਰਾ ਵਾਅਦਾ ਵੀ ਕੰਮ ਕਰੂੰਗਾ। ਇੰਝ ਜਿੰਨ ਸ਼ਾਹੂਕਾਰ ਦਾ ਜਿਹੜਾ ਖਹਿੜਾ ਛੱਡ ਗਿਆ ਅਤੇ ਉਹਦੇ ਵਿੱਚ ਜਾਣਾ ਠੀਕ, ਮੈਂ ਕੀ ਕਰੂੰਗਾ, ਇਹ ਤਾਂ ਮੈਨੂੰ ਮਾਰ ਦਊਗਾ। ਉਹ ਜਿਹੜੀ ਗੱਲ ਹੈ ਨਾ ਕਹਾਣੀ ਭਾਵੇਂ ਕਲਪਦੀ ਆ, ਕਵੀ ਇੱਥੇ ਇਹਨਾਂ ਲਾਈਨਾਂ ਵਿੱਚ ਬੜੇ ਸੋਹਣੇ ਢੰਗ ਦੱਸਦੇ ਆ, ਬੜੇ ਤਰੀਕੇ ਨਾਲ ਕਿ ਕਬੀਰ ਤੋਂ ਜਾ ਰਿਹਾ ਕੀ ਕਹਿ ਰਹੇ ਆ, ਉਹ ਆਪਾਂ ਉਹ ਭਜਨ ਪੜ੍ਹੀਏ। ਇਹ ਸਾਖੀ ਪਹਿਲਾਂ ਤਾਂ ਦੱਸੀ ਕਹਾਣੀ, ਫਿਰ ਪਤਾ ਲੱਗ ਜਾਂਦਾ ਵੀ ਗੱਲ ਕੀ ਅਸਲ ਵਿੱਚ, ਤਾਂ ਕਹਾਣੀ ਦੱਸ ਦਿੱਤੀ। ਹੁਣ ਆ ਜਿਹੜਾ ਕਬੀਰ ਆ ਉਹ ਬਣ ਜਾਏਗਾ, ਸੌਖਾ ਬਣ ਜਾਏਗਾ ਉਚਾਰਨ ਵਿੱਚ, ਕਰਨ ਵਿੱਚ, ਪੜ੍ਹਨ ਵਿੱਚ। ਕਬੀਰ ਕੌਤਕ ਨਿਮਿਤ ਕਹੂੰ ਜਨ ਜਿਨ ਮੋਲ ਲੀਨੋ, ਕਹਿੰਦੇ ਆ ਕੌਤਕ ਮਨ ਦੇ ਸ਼ੁਗਲ ਵਾਸਤੇ ਨਾ, ਤਮਾਸ਼ੇ ਖੇਡ ਤਮਾਸ਼ੇ ਵਾਸਤੇ, ਕੌਤਕ ਨਾਮ ਖੇਡ ਤਮਾਸ਼ੇ ਸ਼ੁਗਲ ਪੁਣੇ ਦਾ, ਮਨ ਦੇ ਪਰਚਾਵੇ ਸ਼ੁਗਲ ਵਾਸਤੇ ਕਹੂੰ ਜਨ ਕਹੀਏ, ਕਹੂੰ ਨਾਮ ਕਿਸੇ ਦਾ, ਕਿਸੇ ਜਨ ਕਹੀਏ ਮਨੁੱਖ ਨੇ, ਜਿਹੜਾ ਭਾਵ ਸ਼ਾਹੂਕਾਰ ਨੇ ਜਿੰਨ ਭੂਤਿਆ ਮੋਲ ਲੀਨੋ, ਮੁੱਲ ਲੀਨੋ ਕਹੀਏ ਲਿਆ, ਲੈ ਲਿਆ, ਮਨ ਦੇ ਪਰਚਾਵੇ ਵਾਸਤੇ, ਕੰਮ ਵਾਸਤੇ। ਗੁਣਾ ਗੁਣ ਚੀਨੋ ਖੇਦ ਮੋਦ ਭਇਓ ਜੀਨੋ ਹੈ, ਅਤੇ ਜਦੋਂ ਮੁੱਲ ਲੈਣ ਗਿਆ ਸੀ ਅਤੇ ਅੱਗੋਂ ਜਿਹੜਾ ਵੇਚਣ ਡਿਆ ਸੀ ਉਹ ਜਿਹੜਾ ਜਿੰਨ ਮਾਲਕ, ਉਹਨੇ ਇਹਦੇ ਗੁਣ ਅਤੇ ਗੁਣਾ ਗੁਣ ਭਾਵ ਗੁਣ ਅਤੇ ਅਗੁਣ ਇਹ ਦੱਸੇ। ਇਹਨਾਂ ਗੁਣਾਂ ਨੂੰ ਸੁਣ ਕੇ ਅਤੇ ਜਿਹੜਾ ਸ਼ਾਹੂਕਾਰ ਆ ਉਹਦਾ ਜੀਨੋ ਕਿ ਜਿਹੜਾ ਦਿਲ ਸੀ ਨਾ, ਜੀਨੋ ਨਾਮ ਹੈਗਾ ਦਿਲ ਦਾ, ਅਤੇ ਉਹ ਦਿਲ ਨੂੰ ਗੁਣ ਸੁਣ ਕੇ ਅਤੇ ਮੋਦ ਹੋਇਆ, ਭਾਵ ਪ੍ਰਸੰਨਤਾ ਹੋਈ, ਬੜਾ ਖੁਸ਼ ਹੋਇਆ, ਅਤੇ ਅਗੁਣ ਸੁਣ ਕੇ ਖੇਦ ਕਈ ਦੁੱਖ ਹੋਇਆ, ਚੀਨੋ ਕਈ ਜਾਣ, ਉਸ ਭਾਵ ਉਸ ਭੂਤ ਦੇ ਜਿੰਨ ਦੇ ਗੁਣ ਚੀਨੋ ਕਈ ਜਾਣ ਕੇ ਸ਼ਾਹੂਕਾਰ ਦੇ ਜੀਨੋ ਕੇ ਜੀਨੋ ਦਿਲ ਨੂੰ ਖੇਦ ਅਤੇ ਮੋਦ, ਖੁਸ਼ੀ ਅਤੇ ਦੁੱਖ ਦੋਨੋਂ ਹੀ ਹੋਏ। ਕਹੇ ਕਾਮ ਔਖੋ ਝਟ ਕਰ ਹਟ ਦੇਤ ਭੁੱਖ, ਕਹੇ ਫਿਰ ਉਹ ਕੀ ਕਰਦਾ ਸ਼ਾਹੂਕਾਰ ਸਪਰੇਦ ਨੂੰ ਔਖੋ ਕਈ ਔਖਾ, ਔਖੇ ਦਾ ਔਖਾ ਕੰਮ ਕਹੇ ਕਹਿੰਦਾ ਕਿ ਆਹ ਕਰ
ਪਰ ਉਹ ਜਿਹੜਾ ਜਿੰਨ ਆ ਝੱਟ ਝਾਟੀ ਕਰ ਦਿੰਦਾ, ਛੇਤੀ ਮੁਕਾ ਦਿੰਦਾ। ਛੇਤੀ ਮੁਕਾ ਕੇ ਤੇ ਹਟ ਕਹੀਏ ਮੁੜ ਕੇ ਨਾ ਕੋਖੋ ਕਹੀਏ ਦਿਖਾਈ ਦੇ ਦਿੰਦਾ, ਮੁੜ ਕੇ ਆਣ ਦਿਖਾਈ ਦਿੰਦਾ, ਫਿਰ ਆਪਣੀ ਸ਼ਕਲ ਦਿਖਾਉਂਦਾ। ਭੁੱਖ ਦਾ ਅਰਥ ਕਰਨਾ ਵਾ ਦੇਖਣ ਸਾਹਮਣੇ ਦਾ ਵੀ ਫਿਰ ਮੁੜ ਕੇ ਆਪ ਸਾਹਮਣੇ ਦਿਖਾਈ ਦਿੰਦਾ, ਦੇ ਦਿੰਦਾ ਦਾ। ਭਾਈ ਧੋਖੋ ਭਾਰੀ ਮਨ ਸੋਤਾ ਮੰਤਰ ਲੀਨ ਹੈ। ਇਸ ਤਰ੍ਹਾਂ ਸ਼ਾਹੂਕਾਰ ਦੇ ਵਿੱਚ ਕਹਿੰਦਾ ਵੀ ਇਹ ਤੇ ਬੜੀ ਛੇਤੀ ਮੋੜ ਆਉਂਦਾ, ਇਸ ਕਰਕੇ ਮੇਰੇ ਨਾਲ ਭਾਰੀ ਬੜਾ ਧੋਖਾ ਹੋ ਗਿਆ। ਮਨ ਕਹੀਏ ਮਨ ਦੇ ਵਿੱਚ ਵਿਚਾਰਦਾ ਵੀ ਬੜਾ ਭਾਰੀ ਧੋਖਾ ਹੋਇਆ, ਪਿਓ ਕਹੀਏ ਮੇਰੇ ਨਾਲ ਪਿਓ ਨਾਮ ਹੋਏ ਦਾ ਮੇਰੇ ਨਾਲ ਬੜਾ ਭਾਰੀ ਧੋਖਾ ਹੋਇਆ। ਸੋਤਾ ਮੰਤਰ ਲੀਨ ਹੈ। ਠੀਕ ਹੈ ਜੀ। ਤੇ ਫਿਰ ਉਸਨੇ ਆਪਣੀ ਲੜਕੀ ਨੂੰ ਗੱਲ ਦੱਸੀ ਤੇ ਲੜਕੀ ਦਾ ਜਿਹੜਾ ਮੰਤਰ ਕਹੀਏ ਮਸ਼ਵਰਾ ਸਲਾਹ ਲੀਨੋ ਕਹੀਏ ਲਿਆ ਹੈ। ਸੋਤਾ ਰਾਮ ਲੜਕੀ ਦਾ ਮਸ਼ਵਰਾ ਸਲਾਹ ਲੀਨੋ ਕਹੀਏ ਲਿਆ ਹੈ ਕਿ ਪਿਤਾ ਜੀ ਇੱਦਾਂ ਕਰੋ ਜਿਵੇਂ ਆਪਾਂ ਪੜ੍ਹਿਆ ਹੀ ਹੁਣੇ, ਅਗਰ ਗਾਡੀ ਦਾਦ ਗੋਰੀਆ ਪੇ ਚੜੋਤਰ ਤੂੰ ਅਗਰ ਨਾਮ ਘਰ ਦਾ, ਠੀਕ ਹੈ ਜੀ, ਜਾਂ ਅੱਗੇ ਦਾ, ਹਾਂਜੀ ਘਰ ਦੇ ਅੱਗੇ ਜਗ ਨਾਮ ਕਰਦਾ, ਘਰ ਦੇ ਪਹਿਲਾ ਅਗਰ ਦਾ ਅਰਥ ਲਾਉਣਾ ਘਰ, ਭਾਵ ਘਰ ਦੇ ਅਗਰ ਕਹੀਏ ਅੱਗੇ, ਭਾਵ ਵਿਹੜੇ ਦੇ ਵਿੱਚ। ਇਹ ਕਿਹਾ ਕਿ ਪਿਤਾ ਜੀ ਘਰ ਦੇ ਜਿਹੜਾ ਵਿਹੜਾ ਨਾ ਜਾਂ ਬੂਹੇ ਦੇ ਅੱਗੇ ਭਾਵ ਵਿਹੜੇ ਵਿੱਚ ਇੱਕ ਦਾਰ ਨਾਮ ਲੱਕੜੀ ਦਾ, ਜਿਹੜੀ ਵੱਡੀ ਸਾਰੀ ਗੌਰ ਨਾਮ ਵੱਡੇ ਦਾ ਵੱਡੀ ਲੱਕੜ ਆ, ਉਹ ਗਾਡੀ ਕਹੀਏ ਗੱਡ ਦਿਓ। ਤੇ ਪਿਤਾ ਨੇ ਘਰ ਦੇ ਵਿਹੜੇ ਅੱਗੇ ਜਿਹੜੀ ਗੌਰ ਕਹੀਏ ਵੱਡੀ ਦਾਰ ਕੀ ਲੱਕੜੀ ਉਹ ਗਾਡੀ ਗਈ ਗੱਡ ਦਿੱਤੀ। ਜਾਂ ਪੈ ਚੜੋਤਰ ਤੂੰ, ਤੇ ਪਿਤਾ ਜੀ ਉਹ ਚੈਨਾਂ ਨੂੰ ਕਹਿਣਾ ਫਿਰ ਜਾਂ ਪੈ ਭਾਵ ਇਸ ਉੱਪਰ, ਇਹ ਲੱਕੜ ਆ ਨਾ ਇਸ ਉੱਪਰ ਚੜੋਤਰ ਭਾਵ ਚੜ੍ਹ ਤੇ ਹੋੜੇ ਵਿੱਚ ਨਿਕਲਣਾ ਊੜਾ, ਭਾਵ ਚੜ੍ਹ ਤੇ ਉੱਤਰ, ਤੂੰ ਚੜੀ ਉਤਰੀ ਜਾ ਜੈਨ ਨੂੰ ਕਹਿਣਾ। ਤੇ ਇਸ ਤਰ੍ਹਾਂ ਉਹਨੇ ਪਿਓ ਨੇ ਅੱਗਾ ਕੀਤਾ, ਘਰ ਅੱਗੇ ਲੱਕੜੀ ਗਾੜ ਦਿੱਤੀ ਤੇ ਕਹਿੰਦਾ ਵੀ ਇਸ ਉੱਪਰ ਚੜ੍ਹ ਉੱਤਰ ਤੂੰ ਇਹੋ ਕੰਮ ਕਰੀ ਜਾ। ਕਹਿਓ ਧਨੀ ਮਾਨਿਓ ਜਾਂ ਭੂਤ ਬਾਲ ਕੀਨੋ ਹੈ, ਕਹੇ ਜੋ ਕਹਿਆ ਸੀ। ਹਾਂਜੀ ਇਵੇਂ ਦਾ ਖਤਰਾ ਟਲ ਗਿਆ। ਬਾਪ ਦਾ ਲੜਕੀ ਦਾ ਕਹਿਓ ਧਨੀ ਮਾਨਿਓ, ਜੋ ਧਨੀ ਸ਼ਾਹੂਕਾਰ ਨੇ ਕਹਿਓ ਕਿ ਆਖਿਆ ਉਸ ਜੈਨ ਨੂੰ ਤੇ ਉਹਨੇ ਮਾਨਿਓ ਕਿ ਮੰਨ ਲਿਆ। ਜਾਂ ਤੇ ਉਹ ਫਿਰ ਚੜ੍ਹਨ ਉਤਰਨ ਲੱਗ ਪਿਆ। ਇਸ ਵਾਸਤੇ ਜਾਂ ਤੇ ਕਹੀਏ ਇਸ ਤਰ੍ਹਾਂ ਜਾਂ ਇਸ ਕਰਕੇ ਇਸ ਵਾਸਤੇ ਭੂਤ ਦਾ ਜਿੰਨ ਦਾ ਜਿਹੜਾ ਬਾਲ ਆ ਨਾ ਉਹ ਖੀਨੋ ਕਹੀਏ ਕਮਜ਼ੋਰ ਹੋ ਗਿਆ। ਠੀਕ ਹੈ, ਕਿਉਂਕਿ ਥੱਕ ਟੁੱਟ ਗਿਆ ਬੜਾ, ਉਹਦੀ ਤਾਕਤ ਕਮਜ਼ੋਰ ਪੈ ਗਈ। ਇਸ ਤਰ੍ਹਾਂ ਫਿਰ ਉਹਨੇ ਖਹਿੜਾ ਛਡਾ ਕੇ ਹੱਥ ਜੋੜ ਕੇ ਉਹਨੇ ਇਹ ਗੱਲ ਕਹੀ ਵੀ ਮਹਾਰਾਜ ਮੈਂ ਇਹਦੇ 'ਚ ਨਹੀਂ ਰਹਿਣਾ, ਇਹ ਤਾਂ ਕੰਮ ਮੁੱਕਣਾ ਹੀ ਨਹੀਂ। ਕਹਿ ਸਰੂਪ ਲਾਵੈ, ਕਹਿ ਸਰੂਪ ਗੀਤ ਗਾਵੈ, ਕਹਿ ਸਰੂਪ। ਇਹ ਸਾਰੀ ਸਾਖੀ ਕਹਾਣੀ ਤੋਂ ਬਾਅਦ ਪੰਡਿਤ ਹਰਦਿਆਲ ਜੀ ਮਨ ਨੂੰ ਵਸ ਕਰਨ ਦੇ ਬਾਰੇ ਕਹਿ ਰਹੇ ਆ ਵੀ ਕਹਿ ਨਾਲ ਜਾਣਾ। ਜਾਂ ਤਾਂ ਮਹਾਤਮਾ ਜਨ ਜਿਹੜੇ ਆ ਕਹਿੰਦੇ ਆਪਣੇ ਆਪੇ ਵਿੱਚ ਧਿਆਨ ਲਗਾਉਂਦੇ ਆ, ਗੁਰਮੁਖ ਰਿਆ ਸੁਣਵਾਈ ਦੇ ਮਹਾਂਵਾਕਾਂ ਅਨੁਸਾਰ ਕਹਿ ਰਹੀ ਜਾਂ ਸਵੈ ਸਰੂਪ ਆਪਣਾ ਸਰੂਪ ਆਪਣੇ ਆਪ ਵਿੱਚ ਕਹਿੰਦੇ ਮਹਾਤਮਾ ਜਾਂ ਤੇ ਆਪਣੇ ਸਰੂਪ ਵਿੱਚ ਧਿਆਨ ਲਾਵੇ ਕੋਈ ਲਾਉਂਦੇ ਆ। ਤੇ ਕਹਿ ਨਾ ਫਿਰ ਜਾਂ ਤੇ ਸਵੈ ਰੂਪ ਸਵੈ ਰੂਪ ਆਪਣੇ ਰੂਪ ਦੇ ਭਾਵ ਆਪਣੇ ਆਪ ਵਿੱਚ ਜੁੜ ਕੇ ਗੀਤ ਜਿਹੜੇ ਨਾ ਭਗਤੀ ਦੇ ਕੀਰਤਨ ਭਗਤੀ ਦੇ ਗੀਤ ਗਾਉਂਦੇ। ਐਸੇ ਸੰਤ ਜਨੋ ਨਿਜ ਮਨ ਭੂਤ ਬਸ ਕੀਨੋ ਹੈ। ਕਹਿੰਦੇ ਐਸੇ ਕਿ ਇਸ ਪ੍ਰਕਾਰ ਇਸ ਤਰ੍ਹਾਂ ਸੰਤ ਜਨ ਜਿਹੜੇ ਆ ਉਹ ਨਿਜ ਮਨ ਆਪਣੇ ਮਨ ਨੂੰ ਮਨਭੂਤ ਨੂੰ ਨਿਜ ਮਨਭੂਤ ਆਪਣੇ ਮਨਭੂਤ ਨੂੰ ਬਸ ਐਸੇ ਸੰਤ ਜਨਾਂ ਨੇ ਆਪਣੇ ਮਨਭੂਤ ਨੂੰ ਬਸ ਕੀਨੋ ਕਹੀਏ ਕੀਤਾ ਹੋਇਆ ਹੈ। ਭਾਵ ਆਪਣੇ ਮਨ ਜਾਂ ਤੇ ਆਪਣੇ
ਮਨ ਨੂੰ, ਜਿਹੜਾ ਮਨ ਨਹੀਂ ਆ, ਉਹਨੂੰ ਆਪਣੇ ਸਹਿ ਸਰੂਪ ਧਿਆਨ ਲਾਉਂਦੇ ਆਪਣੇ ਮਨ ਦਾ, ਉਹਨੂੰ ਟਿਕਾ ਕੇ ਰੱਖਦੇ ਆ, ਜਾਂ ਸਹਿ ਸਰੂਪ ਦੇ ਵਿੱਚ ਹੀ ਆਪਣੇ ਆਪ ਦੇ ਗੀਤ ਗਾਉਂਦੇ ਭਗਤੀ ਰੂਪੀ ਸਹਿ ਸਰੂਪ 'ਚ ਟਿਕ ਕੇ। ਇਸ ਤਰ੍ਹਾਂ ਮਨ ਨੂੰ ਤੇ ਵਿਹਲਾ ਨਹੀਂ ਮਤਲਬ ਬਹਿਣ ਦਿੰਦੇ, ਕਿਸੇ ਨਾ ਕਿਸੇ ਕੰਮ ਵਿੱਚ ਜੋੜੀ ਰੱਖਦੇ ਆ, ਕਿਸੇ ਵਕਤ ਵੀ ਉਹਨੂੰ ਆਜ਼ਾਦ ਨਹੀਂ ਫਿਰਨ ਦੇਂਦੇ। ਇਹ ਮਤਲਬ ਆ। ਠੀਕ ਹੈ ਜੀ, ਸਮਝ ਆਈ ਨਾ। ਮਨ ਨੂੰ ਵਸ ਕਰਨ ਦਾ ਇਹ ਕਵਿਤ ਲਿਖਿਆ ਸੀ ਕਹਾਣੀ ਦੇ ਰਾਹੀਂ ਕਿ ਕੌਤਕ, ਦੁਬਾਰਾ ਦੱਸਾਂ, ਕਵਿਤ ਕੌਤਕ ਨਿਮਿਤ ਕਹੋ ਜਾ, ਕਹੋ ਨਾਮ ਕਿਸੇ ਦਾ ਵੀ ਕਿਸੇ ਜਨ ਮਨੁੱਖ ਨੇ ਕੌਤਕ ਕਹੇ ਤਮਾਸ਼ੇ, ਨਿਮਿਤ ਗਈ ਵਾਸਤੇ। ਹਾਂਜੀ, ਜਿੰਨ ਭੂਤ ਜਿਹੜਾ ਮੁੱਲ ਲਈ ਨੂੰ ਗੇ ਲਿਆ ਤੇ ਜਾਂ ਲੈ ਲੈਣਾ ਕੀਤਾ। ਮਤਲਬ ਕਹੂੰ ਦਾ ਪਾਠ ਕਿਤੇ ਵੀ ਹੁੰਦਾ, ਕਹੂੰ ਦਾ ਅਰਥ ਕਿਤੇ ਵੀ ਹੁੰਦਾ। ਕਿ ਕਹੂੰ ਕਹੀਏ ਕਿਤੇ ਕਹਿੰਦੇ ਜਾਨ ਕੋਈ ਪੁਰਸ਼ ਰਹਿੰਦਾ ਸੀ ਤੇ ਉਹਨੇ ਕੌਤਕ, ਹਾਂਜੀ ਕੌਤਕ ਤਮਾਸ਼ੇ ਦੇ ਨਿਮਿਤ ਗਏ ਵਾਸਤੇ। ਮਤਲਬ ਕਿਸੇ ਮਨੁੱਖ ਨੇ ਇੱਕ ਜਿੰਨ ਵਾਸ ਕੀਤਾ ਹੋਇਆ ਸੀ। ਉਹ ਪੁਰਖ ਉਸ ਭੂਤ ਨੂੰ ਲੈ ਕੇ ਬਾਜ਼ਾਰ ਵਿੱਚ ਵੇਚਣ ਆਇਆ ਤੇ ਉਸ ਦਾ 500 ਰੁਪਏ ਮੁੱਲ ਰੱਖ ਦਿੱਤਾ। ਉੱਥੇ ਇੱਕ ਬਹੁਤ ਵੱਡਾ ਸ਼ਾਹੂਕਾਰ ਆ ਗਿਆ। ਉਸਨੇ ਕੌਤਕ ਕਹੀਏ ਤਮਾਸ਼ੇ ਦੇ ਵਾਸਤੇ ਨਾ, ਹਾਂਜੀ ਆਪਣੇ ਮਨ ਪਰਚਾਵੇ ਦੇ ਵਾਸਤੇ, ਸ਼ੁਗਲ ਮੇਲੇ ਵਾਸਤੇ ਹੀ, ਤੇ ਜਿੰਨ ਜਿਹੜਾ ਭੂਤ ਸੀ ਮੁੱਲ ਕਹੀਏ ਮੁੱਲ ਲੀਨੋ ਕਹੀਏ ਲਿਆ ਜਾਂ ਲੈ ਲੈਣਾ ਕੀਤਾ। ਗੁਣਾ ਗੁਣ ਚੀਨੋ ਖੇਦ ਮੋਦ ਪਇਓ ਜੀਨਾ। ਉਸ ਜਿੰਨ ਦੇ ਗੁਣ ਤੇ ਅਗੁਣ ਇਹ ਹਨ। ਉਹ ਫਿਰ ਬੰਦੇ ਦੱਸਿਆ ਵੀ ਉਸ ਜਿੰਨ ਦੇ ਗੁਣ ਇਹ ਆ ਕਿ ਜੋ ਵੀ ਕੰਮ ਕਹੋਗੇ ਉਹ ਕੰਮ ਪਲਾਂ ਵਿੱਚ ਪੂਰਾ ਕਰ ਦੇਵੇਗਾ। ਅਗੁਣ ਉਹਦਾ ਇਹ ਆ ਵੀ ਜੇ ਉਹਦੇ ਇਸ ਕੋਲ ਕੋਈ ਕੰਮ ਨਹੀਂ ਰਿਹਾ ਤਾਂ ਇਹ ਤੈਨੂੰ ਮਾਰ ਦਊਗਾ। ਉਹ ਵੇਚਣ ਵਾਲਾ ਕਹਿਣ ਲੱਗਾ। ਇਉਂ ਸੁਣ ਕੇ ਜਿਹੜਾ ਮਨੁੱਖ ਸ਼ਾਹੂਕਾਰ ਸੀ, ਉਹਦਾ ਜਿਹੜਾ ਜੀਨੋ ਹਿਰਦਾ ਸੀ, ਉਹ ਹਿਰਦੇ ਵਿੱਚ ਮੋਦ ਪ੍ਰਸੰਨਤਾ ਵੀ ਹੋਈ, ਸਾਰੇ ਕੰਮ ਕਰੂਗਾ ਤੇ ਔਗਣ ਵੀ ਮਾਰ ਦੂਗਾ। ਇਹ ਔਗਣ ਸੁਣ ਕੇ ਜਾਣ ਕੇ ਚੀਨੋ ਕੋਈ ਜਾਣ ਕੇ ਖੇਦ ਬੜਾ ਨੂੰ ਦੁੱਖ ਹੋਇਆ। ਇਸ ਪ੍ਰਕਾਰ ਉਹ ਸ਼ਾਹੂਕਾਰ ਨੇ ਜਿੰਨ ਖਰੀਦ ਲਿਆ, ਪਰ ਮੌਤ ਸੇੜ ਲਈ ਆਪਣੀ। ਇੱਥੇ ਜੀਨੋ ਪਾਠ ਵਿਦਵਾਨ ਇਕੱਠਾ ਕਰਦੇ ਆ, ਪਰ ਉਹਦਾ ਜੀਨੋ ਪਾਠ ਅੱਡ ਵੀ ਹੈ। ਭਾਵ ਗੁਣਾਂ ਦੇ ਅਗੁਣਾਂ ਨੂੰ ਚੀਨੋ ਕਹੀਏ ਜਾਣ ਕੇ ਉਹ ਸ਼ਾਹੂਕਾਰ ਦੇ ਜੀ ਨੂੰ, ਭਾਵ ਜੀ ਨੂੰ, ਨੌ ਦਸ ਨੂੰ, ਜੀ ਨੂੰ ਭਾਵ ਦਿਲ ਨੂੰ ਦੁੱਖ ਵੀ ਹੋਇਆ ਤੇ ਖੁਸ਼ੀ ਵੀ ਹੋਈ। ਠੀਕ ਹੈ ਜੀ। ਭਇਓ ਨਾ ਦਾ ਹੱਥਿਆ ਹੋਈ ਤੇ ਜਾਂ ਭਇਓ ਨਾ ਹੋਇਆ, ਭਾਵ ਦੁੱਖ ਤੇ ਖੇਦ, ਮਤਲਬ ਪ੍ਰਸੰਨਤਾ ਦੇ ਖੇਦ ਦੁੱਖ, ਇਹ ਜਿਹੜਾ ਜਾਣ ਕੇ ਇਹਨੂੰ ਗੁਣ ਸੁਣ ਕੇ ਹੋਇਆ ਉਹਦੇ ਜੀ ਨੂੰ ਭਾਈ ਭਾਵ ਦਿਲ ਨੂੰ। ਜੇ ਜੀ ਨੂੰ ਪਾਠ ਅੱਡ ਹੋਵੇ ਨਾ ਤੇ ਪਾਠ ਇਹੋ ਹੀ ਬਣਦਾ। ਜੀਨੋ ਪਾਠ ਵੀ ਜੀਨੋ ਦਾ ਨਾਂ ਵੀ ਹਿਰਦਾ ਹੀ ਆ, ਦਿਲ ਹੀ ਆ, ਪਰ ਜੀ ਨੂੰ ਭਾਵ ਜੀ ਨਾਲ ਦਿਲ ਦਾ ਹੁੰਦਾ, ਦਿਲ ਨੂੰ। ਹਾਂਜੀ, ਉਹਦੇ ਦਿਲ ਨੂੰ ਸੁਣ ਕੇ ਜਾਣ ਕੇ ਨਾ ਗੁਣ ਭੂਤ ਦੇ ਖੇਦ ਵੀ ਹੋਇਆ ਤੇ ਮੋਦ ਪ੍ਰਸੰਨਤਾ ਵੀ, ਜਿਹੜੀ ਖੁਸ਼ੀ ਵੀ ਹੋਈ। ਮੋਦ ਪ੍ਰਸੰਨਤਾ ਵੀ ਹੋਈ ਤੇ ਖੇਦ ਦੁੱਖ ਵੀ ਹੋਇਆ। ਕਹੇ ਕਾਮ ਔਖੋ, ਸ਼ਾਹੂਕਾਰ ਨੇ ਜਿਹਨੂੰ ਆਪਣੇ ਘਰ ਲਿਆਂਦਾ। ਸ਼ਾਹੂਕਾਰ ਉਸਨੂੰ ਜਿਹੜਾ ਔਖੇ ਤੋਂ ਔਖਾ, ਕਠਿਨ ਤੋਂ ਕਠੋਰ ਕੰਮ, ਔਖੇ ਤੋਂ ਔਖਾ ਕੰਮ ਕਹਿੰਦਾ ਹੈ, ਆਖਣਾ ਕਰਦਾ ਹੈ ਕਿ ਫਲਾਣੇ ਦੇਸ਼ ਵਿੱਚ ਜਾ ਕੇ ਮੇਰਾ ਫਲਾਣਾ ਕੰਮ ਕਰ ਰਿਹਾ। ਸ਼ਾਹੂਕਾਰ ਦੇ ਕਹਿਣ ਵਿੱਚ ਤਾਂ ਥੋੜ੍ਹੀ ਬਹੁਤੀ ਦੇਰ ਲੱਗੇ, ਪਰ ਉਹ ਜਿਹੜਾ ਜਿੰਨ ਸੀ ਝੱਟ ਹੀ ਕਰ ਆਉਂਦਾ, ਛੇਤੀ ਨਾਲ ਕੰਮ ਕਰ ਆਉਂਦਾ, ਕਰਕੇ ਹਟ ਫਿਰ ਮੋੜ ਆਉਂਦਾ। ਮੁੜ ਕੇ ਦੇ ਕਹੀਏ ਪੋਖਾ ਸ਼ਕਲ ਦਾ, ਹਾਂਜੀ ਦੱਸਿਆ ਨਾ ਕਿ ਦੇਖਣ ਦਾ ਵੀ ਫੇਰ ਦਿਖਾਈ ਆ ਦਿੰਦਾ ਹੈ, ਤੇ ਜਾਂ ਪੋਖੋ ਨਾਮ ਸ਼ਕਲ ਦਾ, ਸ਼ਕਲ ਆ ਜਿਹੜਾ ਦਿਖਾਈ ਦਿੰਦਾ ਹੈ, ਸ਼ਕਲ ਦਿਖਾਉਂਦਾ ਕਿ ਪੋਖੋ ਨਾਮ ਉਤਰਦਾ ਵੀ ਆ। ਇਹ ਮੋੜ ਕਰਕੇ ਫਿਰ ਪੋਖੋ ਨਾਮ ਉੱਤਰ ਦੇ ਦਿੰਦਾ
ਕਿ ਲਓ ਜੀ ਮੈਂ ਤੇ ਇਹ ਕੰਮ ਕਰ ਰਿਹਾ, ਹੁਣ ਤੁਸੀਂ ਮੈਨੂੰ ਹੋਰ ਕੋਈ ਕੰਮ ਕਹਿਣਾ ਕਰੋ। ਇਸ ਤਰ੍ਹਾਂ ਥੋੜ੍ਹੇ ਦਿਨਾਂ ਵਿੱਚ ਹੀ ਸ਼ਾਹੂਕਾਰ ਦੇ ਜਿਹੜੇ ਸੀ ਨਾ ਸਾਰੇ ਕੰਮ ਮੁੱਕ ਗਏ। ਹੁਣ ਉਹ ਚਿੰਤਾਵਾਨ ਹੋ ਗਿਆ, ਜੇਕਰ ਇਸ ਨੂੰ ਕੋਈ ਕੰਮ ਨਾ ਦੱਸਿਆ ਤੇ ਮੈਨੂੰ ਮਾਰ ਮੂਰ ਦਊਗਾ। ਤੇ ਜਿਸ ਕਰਕੇ ਭਾਇਓ ਧੋਖਾ ਭਾਰੀ, ਇਹ ਵਿਚਾਰ ਕੇ ਸੋਚਦਾ ਕਿ ਮੇਰੇ ਨਾਲ ਬਹੁਤ ਭਾਰੀ ਜਿਹੜਾ ਧੋਖਾ ਭਾਇਓ ਕਹੀਏ ਹੋਇਆ। ਹਾਂਜੀ, ਭਾਰੀ ਧੋਖਾ ਹੋ ਗਿਆ। ਇਹ ਸੋਚਿਆ ਵਿੱਚ ਡੁੱਬੇ ਸ਼ਾਹੂਕਾਰ ਨੇ। ਸ਼ਾਹੂਕਾਰ ਬੈਠਾ ਸੀ ਤੇ ਉਹਦੀ ਲੜਕੀ ਨੂੰ ਦੇਖ ਲਿਆ, ਜੋ ਬੜੀ ਅਕਲ ਵਾਲੀ ਸੀ, ਭਾਵੇਂ ਲੜਕੀ ਸੀ, ਬਾਪ ਤੋਂ ਵੱਧ ਕੇ ਅਕਲ ਸੀ ਚੰਬਾ ਨੂੰ। ਉਸਨੇ ਪੁੱਛਿਆ, ਪਿਤਾ ਜੀ ਕੀ ਗੱਲ ਹੋ ਗਈ ਹੈ? ਤੁਸੀਂ ਬਹੁਤ ਚਿੰਤਾ ਨਾਲ ਦੁਖੀ ਹੋਏ ਦਿਖ ਰਹੇ ਹੋ। ਪਹਿਲਾਂ ਸ਼ਾਹੂਕਾਰ ਨੇ ਟਾਲ ਮਟੋਲੇ ਜਿਹੇ ਕੀਤੇ, ਗੱਲ ਕੋਈ ਨਹੀਂ ਕੀਤੀ। ਪਰ ਲੜਕੀ ਕਹਿੰਦੀ, ਪਿਤਾ ਜੀ ਕੋਈ ਕਾਰਨ ਤੇ ਹੈ ਹੀ। ਬਾਰ ਬਾਰ ਪੁੱਛਣ ਤੋਂ ਉਸਨੇ ਸਾਰੀ ਗੱਲ ਕਹਿ ਸੁਣਾਈ ਕਿ ਆਹ ਧੀਏ ਗੱਲ ਆ। ਇਹ ਸੁਣ ਕੇ ਲੜਕੀ ਨੇ ਕਿਹਾ ਕਿ ਪਿਤਾ ਜੀ ਇਹ ਤਾਂ ਕੋਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ। ਠੀਕ ਹੈ, ਮੈਂ ਤੁਹਾਨੂੰ ਦੱਸਦੀ, ਤੁਸੀਂ ਮਨ 'ਚ ਦੁਖੀ ਨਾ ਹੋ। ਸੁਤਾ ਮੰਤਰ ਲੀਨ ਹੋਇਆ। ਸੁਤਾ ਜਿਹੜੀ ਲੜਕੀ ਸੀ, ਫਿਰ ਲੜਕੀ ਦੇ ਕੋਲੋਂ ਸ਼ਾਹੂਕਾਰ ਨੇ ਜਿਹੜਾ ਮੰਤਰ ਆ ਨਾ, ਭਾਵ ਸਲਾਹ ਆ ਨਾ, ਉਹਨੂੰ ਲੀਨੋ ਕਹੀਏ ਲਿਆ। ਲੜਕੀ ਨੇ ਦੱਸਿਆ ਅੱਗੋਂ ਫਿਰ, ਅਗਰ ਗਾਡੀ ਦਾਰ ਗੋਰ, ਵੀ ਪਿਤਾ ਜੀ ਤੁਸੀਂ ਨਾ ਅਗਰ ਨਾਮ ਘਰ ਦੇ ਜਿਹੜੇ ਅਗਰ ਨਾਮ ਅੱਗੇ ਦਾ ਵੀ ਹੈ, ਘਰ ਦੇ ਅੱਗੇ ਭਾਵ ਵਿਹੜੇ ਦੇ ਵਿੱਚ, ਘਰ ਅੱਗੇ ਵਿਹੜਾ ਹੀ ਹੁੰਦਾ ਨਾ, ਵਿਹੜੇ ਵਿੱਚ ਇੱਕ ਬਹੁਤ ਜਿਹੜੀ ਨਾ ਗੋਰ ਨਾ ਵੱਡੇ ਦਾ ਵੱਡੀ ਜਿਹੜੀ ਦਾਰ ਆ, ਦਾਰ ਆ ਲੱਕੜ ਆ, ਉਹ ਗਾਡੀ ਭਾਵ ਗੜ ਦੇ ਤੇ ਉਹਨੇ ਗਡਾ ਦਿੱਤੀ। ਜਾਂ ਫਿਰ ਚੜ ਉੱਤਰ ਨੂੰ। ਤੇ ਜਦੋਂ ਜੀ ਇਹਨੇ ਕੰਮ ਕਰਕੇ ਆਵੇ, ਪਿਤਾ ਜੀ ਤੁਹਾਡੇ ਕੋਲ ਹੋਰ ਕੋਈ ਕੰਮ ਨਾ ਉਹਨੂੰ ਹੋਵੇ ਤਾਂ ਉਸਨੂੰ ਕਹਿਣਾ ਕਿ ਤੂੰ ਇੰਝ ਕਰ, ਇਹ ਦਿਨ ਜਾਂ ਪੈ ਆਹ ਜਿਹੜੀ ਲੱਕੜ ਗੜੀ ਨਾ, ਇਸ ਦੇ ਪੈ ਗਈ ਉੱਪਰ, ਜਾਂ ਗਈ ਇਸ ਦੇ ਉੱਪਰ ਚੜ ਤੇ ਉੱਤਰ ਗਈ, ਚੜ ਉੱਤਰ ਭਾਵ ਚੜ ਤੇ ਉੱਤਰ, ਚੜੀ ਜਾ ਤੇ ਉਤਰੀ ਜਾ। ਉਹ ਸ਼ਾਹੂਕਾਰ ਨੇ ਉਸੇ ਤਰ੍ਹਾਂ ਕੀਤਾ। ਕਹੋ ਧਨੀ ਮਾਨਿਓ, ਜਦੋਂ ਜਿੰਨ ਕੋਈ ਕੰਮ ਕਰਕੇ ਆਵੇ ਤਾਂ ਉਸਨੇ ਕਿਹਾ, ਮਹਾਰਾਜ ਦੱਸੋ ਹੁਣ ਕੀ ਕੰਮ ਹੈ? ਤਦੋਂ ਸ਼ਾਹੂਕਾਰ ਨੇ ਲੜਕੀ ਦੇ ਤਾਂ ਕਹੇ ਹੋਏ ਬਚਨ ਕਹੇ ਭੂਤ ਨੂੰ ਕਿ ਜੇ ਕੰਮ ਹੋ ਗਿਆ ਤੇ ਇੰਝ ਕਰ, ਆੜੀ ਲੰਮੀ ਲੱਕੜ ਆ ਗੱਡੀ ਧਰਤੀ ਵਿੱਚ ਵਿਹੜੇ ਵਿੱਚ, ਇਹਦੇ ਉੱਪਰ ਤੂੰ ਚੜੀ ਜਾ ਚਿਤਰੀ ਜਾ। ਤੇ ਉਹ ਜੇ ਇਹਨਾਂ ਨੇ ਸ਼ਾਹੂਕਾਰ ਦੀ ਕਈ ਗੱਲ ਨੂੰ ਹੁਣ ਮੰਨਣਾ ਹੀ ਸੀ ਤੇ ਮੰਨਿਓ ਕਹੀਏ, ਮੰਨ ਲਿਆ ਨੇ। ਕਹੋ ਜੋ ਧਨੀ ਸ਼ਾਹੂਕਾਰ ਨੇ ਜੋ ਕਿਹਾ ਉਹਨੇ ਮੰਨ ਲਿਆ ਤੇ ਉਸ ਉੱਪਰ ਲੱਕੜ ਦੇ ਉੱਪਰ ਚੜੀ ਜਾਵੇ ਤੇ ਉਤਰੀ ਜਾਵੇ। ਜਿਸ ਕਰਕੇ ਥੱਕਣਾ ਵੀ ਸੀ, ਜਾਂ ਤੇ ਭੂਤ ਬਲ ਕੀਨ ਹੋਇਆ, ਜਾਂ ਤੇ ਕਹੀਏ ਇਸ ਕਰਕੇ ਤੇਰਾ ਅਰਥ ਕਰਕੇ, ਜਾਂ ਤੇਰਾ ਅਰਥ ਤਰ੍ਹਾਂ, ਜਾਂ ਦਾ ਅਰਥ ਇਸ ਤਰ੍ਹਾਂ, ਜਾਂ ਇਸ ਕਰਕੇ ਭੂਤ ਦਾ ਜਿਹੜਾ ਬਾਲਿਆ ਖੀਨ ਕਹੀਏ ਖੀਨ ਹੋ ਗਿਆ, ਨਾਸ ਹੋ ਗਿਆ, ਕਮਜ਼ੋਰ ਹੋ ਗਿਆ। ਠੀਕ ਹੈ, ਖੀਨੋ ਦਾ ਅਰਥ ਕਮਜ਼ੋਰ, ਖੀਨੋ ਦਾ ਅਰਥ ਨਾਸ ਹੋ ਗਿਆ, ਕਮਜ਼ੋਰ ਹੋ ਗਿਆ ਹੈ। ਇਹਨੂੰ ਥੱਕ ਹਾਰ ਕੇ ਨਾ ਸ਼ਾਹੂਕਾਰ ਦੇ ਚਰਨੀ ਜਾ ਪਿਆ ਤੇ ਕਹਿਣ ਲੱਗਾ ਵੀ ਭਾ ਤੂੰ ਜਿੱਤਿਆ ਤੇ ਮੈਂ ਹਾਰਿਆ, ਮੈਂ ਹੁਣ ਤੈਨੂੰ ਨਹੀਂ ਮਾਰਾਂ ਮੂਰਾਂਗਾ, ਤੂੰ ਮੈਨੂੰ ਹੁਣ ਆਪਣੇ ਵੱਸ ਕਰ ਲਿਆ ਤੇ ਮੈਨੂੰ ਆਗਿਆ ਹੀ ਦੇ, ਮੈਂ ਭੱਜਾਂ ਇੱਥੋਂ। ਤੇ ਉਹ ਇਹ ਸਾਰਾ ਮੰਨ ਲਓ ਦ੍ਰਿਸ਼ਟਾਂਤ ਤੇ ਅੱਗੇ ਦਾ ਦ੍ਰਿਸ਼ਟਾਂਤ ਕਥਨ ਕੀਤਾ ਦੋ ਤੁਕਾਂ ਵਿੱਚ। ਤੇ ਬੰਦੇ ਨੂੰ ਵੀ ਇੱਦਾਂ ਚਾਹੀਦਾ, ਕੈ ਸਰੂਪ ਲਾਵੇ ਕੈ ਸਰੂਪ ਗੀਤ ਗਾਵੇ, ਕਿ ਇਸ ਤਰੀਕੇ ਨਾਲ ਮਨ ਕੀ ਹੈ ਭੂਤ ਆ, ਥੱਲੇ ਲਿਖਿਆ ਇਹ ਤੁਕ ਪੜਿਆ ਆਪਾਂ ਹੁਣੇ ਦੁਬਾਰਾ ਦੱਸ ਦੇਣਾ ਫਿਰ ਵੀ ਮਨ ਰੂਪੀ ਭੂਤ ਜਿਹੜਾ ਨਾ ਪਦਾਰਥਾਂ ਵਿੱਚ ਲੱਗਣ ਕਰਕੇ ਵਸ ਨਹੀਂ ਹੋਏਗਾ, ਪਦਾਰਥਾਂ ਵਿੱਚ ਲੱਗ ਕੇ ਤੇ ਚੰਚਲ ਹੀ ਹੋਊਗਾ, ਵਿਸ਼ਿਆਂ ਵਿਚਾਰਾਂ ਵਿੱਚ ਚੱਲਾਂ। ਤੇ ਇਸ ਕਰਕੇ ਕਹਿ ਕੇ ਜਾਂ ਤਾਂ ਇਹ ਮਨ ਨੂੰ ਹਾਂਜੀ ਸਵੈ ਰੂਪ ਆਪਣੇ ਸਰੂਪ ਵਿੱਚ ਹੀ ਲਾਵੇ, ਆਪਣੇ ਸਰੂਪ ਦੇ ਧਿਆਨ ਵਿੱਚ ਲਾਵੇ ਮਨ ਨੂੰ, ਮਨ ਤੋਂ ਜੋਤ ਸਰੂਪ ਹੈ, ਜੋਤ ਸਰੂਪ ਵਿੱਚ ਹੀ ਲਾਵੇ। ਤੇ ਕਹਿ ਗਈਏ ਜਾਂ ਫਿਰ ਸਵੈ ਰੂਪ ਗੀਤ ਗਾਵੇ, ਜਾਂ ਤੇ ਫਿਰ ਜਦੋਂ ਧਿਆਨ ਵੱਲ ਉਥਾਨ ਹੋ ਜਾਵੇ ਤਾਂ ਨਿਜ ਸਰੂਪ ਆਪਣੇ ਸਰੂਪ ਦੇ ਜਿਹੜੇ ਗੀਤ ਆ ਨਾ ਕੀਰਤਨ ਭਗਤੀ ਦੇ ਉਹ ਗਾਵੇ।
ਉਹ ਗਾਉਣ ਲੱਗ ਜਾਵੇ। ਪਰ ਮਤਲਬ ਮਨ ਨੂੰ ਵਿਹਲਾ ਨਾ ਮੈਨ ਦੇਵੇ। ਐਸੇ ਸੰਤ ਜਨੋ ਨਿਜ ਮਨ, ਇਸ ਤਰ੍ਹਾਂ ਜਿਹੜੇ ਨਾ ਸੰਤ ਜਨਾਂ ਨੇ ਆਪਣੇ ਮਨ ਭੂਤ ਵਸ ਕੀ ਨਾ ਹੋ, ਮਨ ਭੂਤ ਨੂੰ ਵਸ ਕੀਤਾ ਹੋਇਆ, ਮਨ ਭੂਤ ਨੂੰ ਵਸ ਹੀ ਕਰ ਲੈ। ਮਨ ਨੂੰ ਵਸ ਕਰਨ ਦਾ ਤਰੀਕਾ ਦੇ ਵਿੱਚ ਦੱਸਿਆ ਹੋਇਆ। ਸੰਤ ਜਨ ਆਪਣੇ ਮਨ ਭੂਤ ਨੂੰ ਵਸ ਦਾ ਕੀਤਾ ਹੋਇਆ ਤੇ ਤੁਸੀਂ ਭਾਈ ਕਰੋ। ਠੀਕ ਹੈ ਜੀ। ਇਹ ਕਹਿ ਰਹੇ ਦੋਹਰਾ ਰਗਪਤ, ਗਣਪਤ, ਵਾਗਪਤ। ਤਿੰਨ ਪ੍ਰਤ ਨਿਤ ਪ੍ਰਤ ਬੰਦ, ਜਾਹੇ ਕਿਰਪਾ ਪ੍ਰਤਬੰਧ ਗਣ, ਪ੍ਰਤ ਹੱਥ ਭਏ ਕਮੰਦ। ਇਹ ਜਿਹੜਾ ਦੋਹਰਾ ਵਾ, ਇਹਦੇ ਵਿੱਚ ਸਿੱਖਿਆ ਦੇ ਰਹੇ ਆ। ਜਿਹੜੇ 17ਵਾਂ ਆਪਾਂ ਪੜ੍ਹਿਆ ਛੰਦ, ਇੱਥੇ ਮਾਨੋ ਜਿਹੜੀ ਗ੍ਰੰਥ ਦੀ ਸਮਾਪਤੀ ਹੋ ਗਈ ਹੈ। ਜਿਹੜੇ ਸਿੱਖਿਆ ਦੇ ਬਚਨ ਆ, ਜਿਹੜੀਆਂ ਵਿਚਾਰਾਂ ਸਰਬੋਤਮ ਉੱਚੀਆਂ ਸੁੱਚੀਆਂ ਵਿਚਾਰਾਂ ਪੰਡਤ ਜੀ ਨੇ ਲਿਖੀਆਂ ਬੜੇ ਸੋਹਣੇ ਢੰਗ ਨਾਲ ਗ੍ਰੰਥ ਵਿੱਚ ਜੋ ਆਉਂਦਾ ਹੈ, ਉਹ ਮਾਨੋ ਇੱਥੇ 17ਵੇਂ ਛੰਦ ਤੇ ਸਾਰਗਤ ਵਾਲੀ ਗ੍ਰੰਥ ਦੀ ਮਾਨੋ ਸਮਾਪਤੀ ਹੋ ਗਈ ਹੈ। ਅੱਗੇ ਕਵੀ ਜਿਹੜੇ ਆ ਗ੍ਰੰਥ ਦੀ ਸਮਾਪਤੀ ਦੇ ਮੰਗਲ ਕਰਦੇ ਆ ਅਤੇ ਆਪਣੀ ਨਿਮਰਤਾ ਜਣਾਉਂਦੇ ਹੋਏ ਉਚਾਰਨ ਕਰਦੇ ਆ ਦੋਹਰਾ। ਆ ਜਿਹੜਾ ਆਪਾਂ ਪੜ੍ਹ ਲੱਗੇ ਰਗਪਤ, ਗਣਪਤ, ਵਾਗਪਤ। ਰਗਪਤ ਭਾਵ ਰਾਗਾਂ ਦੀ ਕੁੱਲ ਦੇ ਜੋ ਪਤੀ ਮਾਲਕ ਹੈ ਉਹ ਕੌਣ? ਰਾਮ ਜੀ। ਤੇ ਗਣਪਤ ਭਾਵ ਗਣਾਂ ਦੇ ਪਤੀ, ਹਾਂਜੀ, ਉਹ ਕੌਣ ਆ? ਗਣੇਸ਼ ਜੀ। ਅਤੇ ਵਾਗਪਤ, ਵਾਗ ਭਾਵ ਬਾਣੀ, ਬਾਣੀ ਦੇ ਪਤੀ ਮਾਲਕ ਕੌਣ ਆ? ਉਹ ਸਰਸਤੀ ਆ। ਹਾਂਜੀ, ਰਗਪਤ ਭਾਵ ਰਾਮ ਜੀ, ਗਣਪਤ ਗਣੇਸ਼ ਜੀ ਤੇ ਵਾਗਪਤ ਸਰਸਤੀ। ਤਿੰਨ ਪ੍ਰਤ ਨਿਤ ਪ੍ਰਤ ਬੰਦ। ਤਿੰਨ ਪ੍ਰਤ ਭਾਵ ਤਿੰਨ ਨਾਮ ਉਹਨਾਂ ਦਾ ਹੁੰਦਾ। ਉਹਨਾਂ ਦੇ ਪ੍ਰਤ ਕਹੀਏ ਪ੍ਰਤੀ ਤਾਈ ਮੈਂ, ਨਿਤ ਪ੍ਰਤ ਨਿਤਾ ਪ੍ਰਤੀ ਹਰ ਰੋਜ਼ ਹੱਥ ਜੋੜ ਕੇ ਬੰਦ ਕਹੀਏ ਬੰਦਨਾ ਕਰਦਾ, ਨਮਸਕਾਰ ਕਰਦਾ, ਕਿਉਂਕਿ ਇਹ ਬੰਦ ਬੰਦਨਾ ਜੋਗ। ਜਾਹੇ ਕਿਰਪਾ ਪ੍ਰਤ ਬੰਦ ਗਣ। ਜਾਹੇ ਕਹੀਏ ਜਿਨ੍ਹਾਂ, ਜਾਹੇ ਜਿਨ੍ਹਾਂ ਦੀ ਕਿਰਪਾ ਮਿਹਰ ਕਰਕੇ, ਪ੍ਰਤਿਬੰਬ ਕਹੀਏ ਜਿਹੜੇ ਪ੍ਰਤੀਬੰਧ ਆ ਭਾਵ ਰੁਕਾਵਟਾਂ ਆ। ਹਾਂਜੀ, ਗਾਣ ਕਹੀਏ ਸਮੂਹ, ਜਿਹੜੇ ਰੁਕਾਵਟਾਂ ਸਮੂਹ ਰੁਕਾਵਟਾਂ ਆ। ਹਾਂਜੀ, ਪ੍ਰਤ ਹੱਥ ਭਏ ਕਮੰਦ। ਅਤੇ ਕਮੰਦ ਨਾਮ ਉਹਦਾ ਫਾਹੇ ਦਾ। ਪਾਪਾਂ ਰੂਪੀ ਜਿਹੜੇ ਕਮੰਦ ਕਹੀਏ ਫਾਹੇ ਆ। ਪ੍ਰਤ ਕਹੀਏ ਉਲਟੇ, ਹੱਥ ਕਹੀਏ ਹੱਥ ਭਏ ਨਾਮ ਹੋਏਗਾ, ਉਲਟੇ ਹੱਥ ਹੋ ਗਏ। ਠੀਕ ਹੈ ਜੀ। ਕਿ ਸਾਰੇ ਵਿਘਨ ਫਾਹਿਆਂ ਦੇ ਤਾਈਂ ਨਾਸ ਕੀਤਾ ਹੈ, ਅਰਥਾਤ ਇਹਨਾਂ ਦੀ ਕਿਰਪਾ ਨਾਲ ਹੀ ਮੇਰਾ ਇਹ ਗ੍ਰੰਥ ਨਿਰਵਿਘਨਤਾ ਦੇ ਸਹਿਤ ਸਮਾਪਤ ਹੋਇਆ। ਠੀਕ ਹੈ। ਇਹ ਦੋਹਰੇ ਵਿੱਚ ਨਮਸਕਾਰ ਕਰਦੇ ਹੋਏ ਕਹਿ ਰਹੇ ਆ ਕਿ ਇਹਨਾਂ ਸਾਰਿਆਂ ਨੂੰ ਮੈਂ ਨਮਸਕਾਰਾਂ ਕਰਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਜਿਹੜੇ ਆ ਇਹ ਵੱਡੇ ਵੱਡੇ ਰੁਕਾਵਟਾਂ ਫਾਈਆਂ ਕੱਟੀਆਂ ਗਈਆਂ। ਕਿਉਂਕਿ ਜਿੰਨਾ ਚਿਰ ਕਿਰਪਾ ਨਾ ਹੋਵੇ ਆਪਣੇ ਇਸ਼ਟ ਦੀ, ਨਾ ਜਰਗਿਆਂ ਦੇ ਵੀ ਸਮਾਪਤੀ ਨਹੀਂ ਹੋ ਸਕਦੀ ਕਿਸੇ ਚੀਜ਼ ਦੀ। ਇਹ ਤਾਂ ਗੱਲ ਪੱਕੀ ਹੈ। ਰਗਪਤ, ਗਣਪਤ, ਵਾਗਪਤ ਭਾਵ ਰਾਗਵਾਂ ਦੇ ਪਤੀ ਭਾਵ ਸ਼੍ਰੀ ਰਾਮ ਚੰਦਰ ਜੀ, ਗਣਪਤ ਗਣੇਸ਼ ਜੀ, ਵਾਗਪਤ ਸਰਸਤੀ ਜੀ। ਕਹਿੰਦੇ ਤਿੰਨ ਪ੍ਰਤੀ ਇਹਨਾਂ ਦੇ ਪ੍ਰਤੀ, ਤਿੰਨ ਨਾਮ ਤਿੰਨ ਦਾ ਵੀ ਹੁੰਦਾ ਵੀ ਤਿੰਨਾਂ ਦੇ ਪ੍ਰਤੀ ਭਾਵ ਤਿੰਨਾਂ ਦੇ ਪ੍ਰਤੀ ਭਾਵ ਇਹਨਾਂ ਦੇ ਪ੍ਰਤੀ ਨਿਤ ਪ੍ਰਤ ਹਰ ਰੋਜ਼ ਹੀ ਨਿਤਾ ਪ੍ਰਤੀ ਮੈਂ ਬੰਦ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ। ਜਾਹੇ ਕਿਰਪਾ ਪ੍ਰਤ ਬੰਦ ਗਣ। ਜਾਹੇ ਕਈ ਜਿਨ੍ਹਾਂ ਦੀ ਕਿਰਪਾ ਦੇ, ਚਾਹੇ ਨਾਮ ਜਿਨ੍ਹਾਂ ਦਾ, ਜਿਨ੍ਹਾਂ ਦੇ ਪ੍ਰਤੀ ਇਹਨਾਂ ਦੇ ਤਾਈਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਪ੍ਰਤੀਬੰਧ ਗਣ। ਪ੍ਰਤੀਬੰਧ ਹੁੰਦਾ ਰੁਕਾਵਟਾਂ ਭਾਵ ਗਣ ਸਮੂਹ ਜਿਹੜੀਆਂ ਰੁਕਾਵਟਾਂ, ਤਮਾਮ ਰੁਕਾਵਟਾਂ ਅਜੇ ਪ੍ਰਤ ਹੱਥ ਭਏ ਕਮੰਦ। ਹਾਂਜੀ, ਪ੍ਰਤ ਹੱਥ ਨਾਮ
ਪ੍ਰਤੀ ਰੁਕਾਵਟਾਂ ਦੇ ਤਾਂ ਹੀ ਹੱਥ ਗਈ ਜਿਨ੍ਹਾਂ ਨੇ ਨਾਸ ਕੀਤਾ। ਤੇ ਕਮੰਦ ਨਾਮ ਜਿਹੜਾ ਪਾਈਆਂ ਦਾ, ਜਿਨ੍ਹਾਂ ਨੇ ਸਮੂਹ ਜਿਹੜੀਆਂ ਰੁਕਾਵਟਾਂ, ਹਾਂਜੀ ਸਮੂਹ ਰੁਕਾਵਟਾਂ ਜੋ ਕਮੰਦ ਕਹੀਏ ਫਾਈ ਦੀਆਂ ਆਈਆਂ, ਇਹ ਸਮੂਹ ਰੁਕਾਵਟਾਂ ਰੂਪੀ ਫਾਈਆਂ ਨੂੰ ਪ੍ਰਤੀ ਹਰ ਰੋਜ਼ ਹੱਥ ਨਾਸ ਕੀਤਾ ਹੈ। ਕਮੰਦ ਜੋ ਨਾਸ ਹੋ ਗਏ, ਕਮੰਦ ਨਾਮ ਹੁੰਦਾ ਵਾ, ਕਮੰਦ ਦਾ ਅਰਥ ਫਾਈਆਂ, ਜੋ ਰੁਕਾਵਟਾਂ ਰੂਪੀ ਫਾਈਆਂ ਆ ਉਹ ਪ੍ਰਤ ਹੱਥ ਕਹੀਏ ਨਿਰਾਸ ਪਏ ਗਈਆਂ ਹੋਈਆਂ ਹੈ। ਭਾਵ ਸਾਰੀਆਂ ਰੁਕਾਵਟਾਂ ਜਿਹੜੀਆਂ ਸੀ ਇਹ ਫਾਈਆਂ ਦੀ ਨਿਆਈ ਸੀ, ਇਹ ਸਾਰੀਆਂ ਪ੍ਰਤ ਹੱਥ ਨਿਰਾਸ ਹੋਈਆਂ। ਤੇ ਪ੍ਰਤ ਹੱਥ, ਪ੍ਰਤ ਨਾਮ ਪ੍ਰਤੀ ਦਾ ਹੁੰਦਾ, ਹੱਥ ਨਾਮ ਨਾਲ ਦਾ ਹੁੰਦਾ। ਇਹਨਾਂ ਦੇ ਪ੍ਰਤੀ ਇਹਨਾਂ ਦੇ ਤਾਂ ਹੀ ਨਾਸ ਕੀਤਾ ਹੈ। ਠੀਕ ਆ ਜੀ। ਰਗਪਤ, ਰਗਪਤ ਭਾਵ ਕੌਣ? ਜੋ ਰਘੂ ਜੀ ਹੈ, ਭਾਵ ਰਾਮਚੰਦਰ ਜੀ ਦੇ ਜੋ ਪਤੀ ਭਾਵ ਪਰਮੇਸ਼ਰ, ਜੋ ਗਣ ਗਣੇਸ਼ ਦੇਵ ਦੇ ਪਤੀ ਭਾਵ ਪਰਮੇਸ਼ਰ, ਜੋ ਵਾਕ ਜੋ ਬਾਣੀ ਸਰਸਵਤੀ ਦਾ ਵੀ ਪਤੀ ਹੈ, ਉਹ ਕੌਣ? ਉਹ ਵੀ ਪਰਮੇਸ਼ਰ ਹੀ ਹੈ। ਪਰਮੇਸ਼ਰ 'ਚ ਸਾਰੇ ਪੈਦਾ ਹੋਏ ਨਾ। ਕਹਿੰਦੇ ਉਸ ਪਰਮੇਸ਼ਰ ਦੇ ਪ੍ਰਤੀ, ਤਿੰਨ ਪ੍ਰਤੀ ਉਹਦੇ ਪ੍ਰਤੀ, ਉਸ ਪਰਮੇਸ਼ਰ ਦੇ ਪ੍ਰਤੀ ਕਹਿੰਦੇ ਮੈਂ ਹਰ ਰੋਜ਼ ਬੰਦਨਾ ਕਰਦਾ ਹਾਂ। ਸੰਪਰਦਾਈ ਅਰਥ ਜਾਹੇ ਕਿਰਪਾ ਪ੍ਰਤਿਬੰਧ ਗਣ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਪ੍ਰਤੀਬੰਧ ਗਣ, ਜੋ ਸਮੂਹ ਗਣ ਦਾ ਸਮੂਹ ਜਿਹੜੇ ਪ੍ਰਤਿਬੰਧ ਰੁਕਾਵਟਾਂ ਸੀ, ਵਿਗਣ ਸੀ, ਉਹ ਕਮੰਦ, ਕਮੰਦ ਕਹੀਏ ਕਮੰਦ ਨਾਮ ਤੇ ਮੰਦੇ ਖੋਟੇ ਜੋ ਕਮੰਦ ਸੀ ਨਾ, ਖੋਟੇ ਮੰਦੇ, ਇਹ ਹੱਥ ਕਹੀਏ ਨਾਸ ਹੋ ਗਏ। ਹਾਂਜੀ, ਜਿਸ ਦੀ ਕਿਰਪਾ ਨਾਲ ਸਮੂਹ ਜਿਹੜੇ ਪ੍ਰਤੀਬੰਧ ਰੁਕਾਵਟਾਂ ਦੇ ਪ੍ਰਤ ਕਹੀਏ ਤਾਂ ਹੀ ਹੱਥ ਕਹੀਏ ਨਾਸ, ਕਮੰਦ ਕਹੀਏ ਫਾਈਆਂ ਪੈ ਕਹੀਏ ਹੋਏ ਹੈ। ਇਹ ਸਾਰੀਆਂ ਫਾਈਆਂ ਨਾਸ ਹੋ ਗਈਆਂ। ਥੋੜਾ ਅਰਥ ਸਹੀ ਨਹੀਂ ਲੱਗਦਾ। ਚਾਹੇ ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਮੂਹ ਜਿਹੜੇ ਪ੍ਰਤੀਬੰਧ ਰੁਕਾਵਟਾਂ, ਕਮੰਦ ਕਹੀਏ ਫਾਈਆਂ ਦੀ ਪ੍ਰਤੀ ਕਹੀਏ ਨਿਆਈਆਂ, ਫਾਈਆਂ ਦੇ ਨਿਆਈਆਂ, ਉਹ ਹੱਥ ਨਾਸ ਪਏ ਕਹੀਏ ਹੋਏ। ਏਦਾਂ ਅਰਥ ਸਹੀ ਲੱਗਦਾ। ਠੀਕ ਹੈ ਜੀ, ਇਹ ਅਰਥ ਏਦਾਂ ਫੇਰ ਸੁਣ ਲਓ। ਚਾਹੇ ਕਹੀਏ ਜਿਸ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਚਾਹੇ ਕਹੀਏ ਜਿਸ ਦੀ ਕਿਰਪਾ ਨਾਲ ਜਾਂ ਜਿਨ੍ਹਾਂ ਦੀ ਕਿਰਪਾ ਨਾਲ ਪ੍ਰਤਿਬੰਧ ਗਣ, ਸਮੂਹ ਗਣ ਨਾਮ ਸਮੂਹ ਜਿਹੜੇ ਪ੍ਰਤਿਬੰਧ ਰੁਕਾਵਟਾਂ ਵਿਗਣਿਆ ਤੇ ਵਿਗਣਾ ਰੂਪ ਜਿਹੜੀਆਂ ਕਮੰਦ ਕਹੀਏ ਫਾਈਆਂ, ਉਹ ਫਾਈਆਂ ਦੇ ਪ੍ਰਤੀ ਕਹੀਏ ਤਾਂ ਹੀ ਹੱਥ ਨਾਸ ਪਏ ਕਹੀਏ ਹੋਏ। ਭਾਵ ਜੋ ਫਾਈਆਂ ਰੁਕਾਵਟਾਂ ਰੂਪ ਫਾਈਆਂ ਨਾਸ ਹੋਏ ਹੈ, ਜਿਨ੍ਹਾਂ ਦੇ ਕਰਕੇ ਉਸ ਪਰਮੇਸ਼ਰ ਨੂੰ ਮੇਰੀ ਵੰਦਨਾ ਹੈ, ਜਾਂ ਉਸ ਰਾਮਚੰਦਰ ਜੀ ਨੂੰ, ਗਣੇਸ਼ ਜੀ ਨੂੰ, ਸਰਸਤੀ ਨੂੰ ਮੇਰੀ ਬੜੀ ਨਮਸਕਾਰ ਹੈ, ਜਿਨ੍ਹਾਂ ਦੀ ਮੇਰ ਨਾਲ ਮੇਰਾ ਗ੍ਰੰਥ ਦੀ ਸਮਾਪਤੀ ਨਿਰਵਿਘਨ ਦਾ ਸਹਿਤ ਹੋਈ ਹੈ ਜੀ। ਸਭਾ ਜਿੱਤ ਪ੍ਰਤਾਪ ਤੇ ਸਭਾ ਜਿੱਤ ਪਰ ਆਪ, ਇਹ ਜਿਹੜਾ ਦੋਹਰਾ ਵਾ, ਇਸ ਦੋਹਰੇ ਵਿੱਚ ਗ੍ਰੰਥ ਦੇ ਪੜ੍ਹਨ ਦਾ ਲਾਭ ਫਲ ਕਥਨ ਕਰ ਲੱਗੇ ਆ। ਸਭਾ ਜਿੱਤ ਪ੍ਰਤਾਪ ਤੇ, ਹੈ ਭਾਈ ਇਹ ਸਭਾ ਜਿੱਤ ਭਾਵ ਸਭਾ ਨੂੰ ਜਿੱਤਣ ਵਾਲੀ, ਭਾਵ ਸਾਰਗਤਾਵਲੀ ਗ੍ਰੰਥ ਦੱਸਿਆ ਨਾ, ਤਿੰਨ ਨਾਵੇ ਦੇ ਅਨੁਕੂਲ ਆਰੰਭਤਾ ਵਿੱਚ। ਇਸ ਸਾਰਗਤਾਵਲੀ ਗ੍ਰੰਥ ਦੇ ਕਹਿੰਦੇ ਪ੍ਰਤਾਪ ਤੇ, ਤਾਪ ਦੇ ਤੇ ਕਹੀਏ ਕਰਕੇ ਸਭਾ ਜਿੱਤ ਪਰ ਆਪ, ਵੱਡੇ ਵੱਡੇ ਵਿਦਵਾਨਾਂ ਦੀ ਸਭਾ ਨੂੰ ਵੀ ਮਨੁੱਖ ਪਰ ਕਹੀਏ ਵਿਸ਼ੇਸ਼ ਕਰਕੇ ਆਪ ਹੀ ਜਿੱਤ ਲੈਂਦਾ। ਹਾਂਜੀ, ਆਪ ਏਦਾਂ ਹੀ ਲੱਗ ਜਾਂਦਾ ਵੀ ਜਿਸ ਸਾਰਗਤਾਵਲੀ ਗ੍ਰੰਥ ਦੇ ਪ੍ਰਤਾਪ ਕਰਕੇ ਵੱਡੀਆਂ ਵੱਡੀਆਂ ਜਿਹੜੀਆਂ ਸਭਾ ਨੇ ਉਹਨਾਂ ਨੂੰ ਜਿੱਤ ਲੈਂਦਾ ਹੈ। ਵੱਡੇ ਵੱਡੇ ਸਭਾ ਦੇ ਪਰ ਕਈ ਉੱਪਰ ਜਿੱਤ ਆਪ ਹੀ ਵਿਦਵਾਨ
ਪ੍ਰਾਪਤ ਕਰ ਲੈਂਦਾ ਜਿਹੜਾ ਇਹਨੂੰ ਪੜ੍ਹਦਾ। ਸਭਾ ਜਿੱਤ ਕੋ ਢਾਵ ਹੈ। ਜੋ ਮਨੁੱਖ ਵੱਡੀਆਂ ਵੱਡੀਆਂ ਸਭਾਵਾਂ ਨੂੰ ਜਿੱਤਣ ਵਾਲੇ ਧੁਰੰਧਰ ਵਿਦਵਾਨ ਹਨ ਨਾ, ਵੱਡੇ ਸਿਰੇ ਨੇ, ਉਹ ਮਨੁੱਖ ਨੂੰ ਇਸ ਸਭਾ ਜਿੱਤ ਕਹੀਏ, ਸਾਰਗਤਾਵਲੀ ਗ੍ਰੰਥ ਕੋ ਕਹੀਏ ਦਾ ਜਾਪ ਜਿਹੜਾ ਆ, ਸਭਾ ਜਿੱਤ ਕੋ ਜਾਪ, ਸਭਾ ਜਿੱਤ ਦਾ ਜਿਹੜਾ ਜਾਪ ਆ, ਆਪ ਸਾਰਗਤਾਵਲੀ ਗ੍ਰੰਥ ਦਾ ਜਿਹੜਾ ਜਾਪ ਆ, ਅਭਿਆਸ ਆ ਕਰਨ ਵਾਲਾ ਮਨੁੱਖ ਆ, ਢਾਪ ਕਹੀਏ ਢੱਕ ਲੈਂਦਾ, ਭਾਵ ਜਿੱਤ ਲੈਂਦਾ। ਭਾਵ ਇਹ ਆ ਵੀ ਇਸ ਗ੍ਰੰਥ ਦਾ ਜਾਪ ਸਭਾ ਨੂੰ ਜਿੱਤਣ ਵਾਲਿਆਂ ਨੂੰ ਆਪਣੇ ਅਧੀਨ ਕਰ ਲੈਂਦਾ, ਕਿਉਂਕਿ ਇਸ ਗ੍ਰੰਥ ਵਿੱਚ ਸੂਖਮ ਰੂਪ ਨਾਲ ਅਜਿਹੇ ਪ੍ਰਕਰਨ ਲਿਖੇ ਆ ਜੋ ਵਿਦਵਾਨ ਦੇ ਬੋਲਣ ਚੱਲਣ ਵਿਆਖਿਆ ਕਰਨ ਵਿੱਚ ਮਦਦ ਕਰਦੇ ਆ ਤੇ ਮਨੁੱਖ ਹਰ ਪੱਖ ਵਿੱਚ ਨਿਪੁੰਨ ਕਰ ਦਿੰਦੇ ਆ। ਠੀਕ ਹੈ ਜੀ। ਤਾਂ ਕਰਕੇ ਸਭਾ ਜਿੱਤ ਪ੍ਰਤਾਪ ਦੇ, ਸਭਾ ਜਿੱਤ ਦਾ ਅਰਥ ਲਾਉਣਾ ਸਾਰਗਤਾਵਲੀ ਗ੍ਰੰਥ ਦੇ ਪ੍ਰਤਾਪ ਦੇ ਸਭਾ ਜਿੱਤ ਪਰ ਆਪ। ਸਭ ਵੱਡੀਆਂ ਵੱਡੀਆਂ ਜਿਹੜੀ ਸਭਾ ਹੈ ਨਾ ਵਿਦਵਾਨਾਂ ਦੀਆਂ, ਉਹਨਾਂ ਦੇ ਪਰਦੇ ਉੱਪਰ ਆਪ ਹੀ ਜਿਹੜਾ ਮਨੁੱਖ ਨਾ ਜਿੱਤ ਪ੍ਰਾਪਤ ਕਰ ਲੈਂਦਾ, ਜਿਹੜਾ ਇਹਨੂੰ ਪੜ੍ਹਦਾ ਵਿਚਾਰਦਾ, ਕਿਉਂਕਿ ਉਹ ਵੀ ਖੁਦ ਬੜਾ ਵਿਦਵਾਨ ਬਣ ਜਾਂਦਾ। ਸਭਾ ਜਿੱਤ ਕੋ ਢਾਪ ਹੈ। ਸਭਾ ਜਿੱਤ ਕੋ ਜਾ। ਸਭਾ ਜਿਹੜੀਆਂ ਸਭਾ ਨਾ ਵੱਡੀਆਂ ਵੱਡੀਆਂ ਸਭਾ ਨੂੰ ਜਿੱਤ ਲੈਂਦਾ, ਜਿੱਤਣ ਦਾ ਢਾਪ ਹੈ। ਜਾਓ ਜਾਓ, ਸਭਾ ਜਿੱਤ ਕੋ ਢਾਪ ਹੈ। ਸਭਾ ਜਿੱਤ ਭਾਵ ਸਭਾ ਨੂੰ ਜਿੱਤਣ ਵਾਲੇ ਜਿਹੜੇ ਵਿਦਵਾਨ ਆ ਧੁਰੰਧਰ, ਉਹਨਾਂ ਨੂੰ ਢਾਪ ਹੈ ਕਿ ਇਹ ਢੱਕ ਲੈਂਦਾ ਕਿ ਸਭਾ ਜਿੱਤ ਕੋ ਜਾ, ਸਭਾ ਜਿੱਤ ਦਾ ਜਾ, ਭਾਵ ਸਾਰਗਤਾਵਲੀ ਗ੍ਰੰਥ ਦਾ ਜਾ, ਇਹਦਾ ਅਭਿਆਸ। ਠੀਕ ਹੈ ਜੀ। ਸੋ ਸਭਾ ਜਿੱਤ ਪ੍ਰਤਾਪ ਤੇ ਸਭਾ ਜਿੱਤ ਪ੍ਰਤਾਪ ਦੇ ਸਭਾ ਜਿੱਤ ਨਾਮ ਸਾਰਗਤਾਵਲੀ ਗ੍ਰੰਥ ਦਾ ਵਾ। ਇਸ ਸਾਰਗਤਾਵਲੀ ਗ੍ਰੰਥ ਦੇ ਪ੍ਰਤਾਪ ਕਰਕੇ ਪ੍ਰਭਾਵ ਦੇ ਨਾਲ ਸਭਾ ਜਿੱਤ ਪਰ ਆਪ। ਪਰ ਨਾਮ ਪੜਾਈਆਂ ਦਾ ਨਹੀਂ ਹੁੰਦਾ, ਇੱਧਰ ਹੱਥ ਲਾ ਜਾਂਦਾ ਵੀ ਪੜਾਈਆਂ ਜਿਹੜੀਆਂ ਸਭਾ ਹੈ ਨਾ, ਹਾਂਜੀ, ਉਹਨਾਂ ਨੂੰ ਜਿਹੜਾ ਪਰਾਈਆਂ ਸਭਾ ਨੂੰ, ਬਗਾਨੀਆਂ ਸਭਾ ਨੂੰ ਜਿੱਤ ਲੈਂਦਾ ਹੈ ਆਪ ਹੀ ਮਨੁੱਖ, ਜਿਹੜਾ ਇਹਨੂੰ ਪੜ੍ਹਦਾ ਵਿਚਾਰਦਾ। ਸਭਾ ਜਿੱਤ ਕੋ ਢਾਪ ਹੈ। ਫਿਰ ਜਿਹੜੀ ਆ ਵਿਦਵਾਨਾਂ ਦੀ ਸਭਾਵਾਂ ਹਾਂ, ਤੇ ਉਸੇ ਸਭਾ ਨੂੰ, ਉਹਨਾਂ ਸਭਾਵਾਂ ਨੂੰ ਜਿੱਤ ਲੈਂਦਾ ਤੇ ਜਿੱਤ ਕੇ ਤੇ ਉਹਨਾਂ ਨੂੰ ਢੱਕ ਲੈਂਦਾ, ਭਾਵ ਅਸਰ ਪਾ ਲੈਂਦਾ ਉਹਨਾਂ ਦੇ। ਸਭਾ ਜਿੱਤ ਕੋ ਜਾਪ, ਜਿਹੜਾ ਸਭਾ ਜਿੱਤ ਦਾ ਜਾਪ ਹੈ, ਸਾਰਗਤਾਵਲੀ ਗ੍ਰੰਥ ਦਾ ਅਭਿਆਸ ਹੈ। ਭਾਵ ਸਾਰਗਤਾਵਲੀ ਗ੍ਰੰਥ ਇਹੋ ਜਿਹਾ ਗ੍ਰੰਥ ਆ ਜਿਹੜਾ ਨੂੰ ਪੜ੍ਹਦਾ ਉਹ ਸਭਾ ਵਿਦਵਾਨਾਂ ਸਭਾ ਨੂੰ ਜਿੱਤ ਵੀ ਲੈਂਦਾ ਵਾ ਤੇ ਆਪਣਾ ਉਹਨਾਂ ਤੇ ਅਸਰ ਵੀ ਪਾ ਲੈਂਦਾ। ਸੋ ਸਾਰਗਤਾਵਲੀ ਗ੍ਰੰਥ ਐਸਾ ਮਹਾਨ ਗ੍ਰੰਥ ਹੈ। ਅੱਗੇ ਗ੍ਰੰਥ ਸਾਰਗਤਾਵਲੀ ਗ੍ਰੰਥ ਤੇ ਪੜ੍ਹਨ ਦਾ ਢੰਗ ਤਰੀਕਾ ਦੱਸਣਗੇ, ਮਹਿਮਾ ਦੱਸਣਗੇ, ਉਹ ਆਪਾਂ ਕੱਲ੍ਹ ਵਿਚਾਰ ਕਰਾਂਗੇ। ਹੁਣ ਆਪਾਂ 2-3 ਛੰਦ ਹੀ ਪੜ੍ਹੇ ਭਾਵੇਂ, ਪਰ ਦੁਬਾਰਾ ਦੱਸਣ ਕਰਕੇ ਟਾਈਮ ਲੱਗ ਗਿਆ। ਉਹ ਤਾਂ ਦੱਸੀਦਾ ਕਿਸੇ ਵੇਲੇ ਆਖਣ ਵੀ ਇਸ ਵਿਦਿਆਰਥੀ ਅਰਥ ਸਮਝ ਨਹੀਂ ਪੈਂਦੇ, ਤਾਂ ਕਰਕੇ ਦੁਬਾਰਾ ਉਚਾਰਨ ਕਰੀਏ ਤਾਂ, ਨਹੀਂ ਤੇ ਮਾਤੜ ਨੂੰ ਤੇ ਚਲੋ ਸਮਝ ਪਹਿਲੀ ਵਾਰੀ ਆ ਜਾਂਦੀ। ਸੌਰਾ ਵਿਚਾਰ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਿਚਾਰਾਂ ਦੀ ਸਮਾਪਤੀ ਹੈ। ਦੋਹਰਾ ਸਭਾ ਜਿੱਤ ਪ੍ਰਤਾਪ ਤੇ ਸਭਾ ਜਿੱਤ ਪਰ ਆਪ। ਸਭਾ ਜਿੱਤ ਕੋ ਢਾਪ ਹੈ, ਸਭਾ ਜਿੱਤ ਕੋ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।